ਅਨੁਸਾਰ ਚੱਲਣ ਦੀ ਸਮਰੱਥਾ ਬਖਸ਼ਿਸ਼ ਕਰਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਧ ਸੰਗਤ, ਜੋ ਆਪ ਜੀ ਨੇ ਫਰਮਾਨ ਸਰਵਣ ਕੀਤਾ ਹੈ, ਪਹਿਲਾ ਜਿਹੜਾ ਸਮੁੱਚੇ ਤੌਰ 'ਤੇ ਮੁੱਖ ਵਾਕ ਸਤਿਗੁਰਾਂ ਬਖਸ਼ਿਸ਼ ਕੀਤਾ ਹੈ ਕਿ ਪਰਮੇਸ਼ਰ ਆਪਣੇ ਸੇਵਕਾਂ ਦੀ ਹਰ ਮੁਸ਼ਕਲ ਨੂੰ ਹੱਲ ਕਰਦਾ ਹੈ ਅਤੇ ਆਪਣੇ ਸੇਵਕਾਂ ਦੀ ਪੈਜ ਰੱਖਦਾ ਹੈ। ਭਾਵੇਂ ਕਿਹੋ ਜਿਹਾ ਸਮਾਂ ਹੋਵੇ, ਜਦੋਂ ਵੀ ਕੋਈ ਤਨ ਮਨ ਕਰਕੇ ਉਹਨੂੰ ਯਾਦ ਕਰਦਾ ਹੈ, ਵਿਸ਼ਵਾਸ ਸ਼ਰਧਾ ਦੇ ਅਨੁਸਾਰ ਤੇ ਉਹਨੂੰ ਆਪਣੇ ਸੇਵਕ ਦੀ ਪੈਜ ਰੱਖਣੀ ਪੈਂਦੀ ਹੈ। ਇਸੇ ਪ੍ਰਕਾਰ ਜੋ ਚੱਲ ਰਹੀ ਰਵਾਇਤ ਅਨੁਸਾਰ ਅੱਜ ਦਾ ਜੋ ਦਿਹਾੜਾ ਹੈ, ਸਤਿਗੁਰਾਂ ਦੀ ਕਿਰਪਾ ਅਨੁਸਾਰ ਪਿਛਲਾ ਸਮਾਂ ਸੁੱਖ ਸ਼ਾਂਤੀ ਨਾਲ ਬਤੀਤ ਹੋਇਆ। ਜੋ ਅੱਜ ਦੀ ਸੰਗਰਾਂਦ ਦਾ ਪ੍ਰਵੇਸ਼ ਹੋਇਆ ਹੈ, ਸਤਿਗੁਰੂ ਕਿਰਪਾ ਕਰਨ ਇਹ ਮਹੀਨਾ ਅਤੇ ਆਉਣ ਵਾਲਾ ਸਮਾਂ ਸਰਬੱਤ ਦਾ ਲਾਹੇਵੰਦ ਹੋਵੇ, ਧਰਮ ਦਾ ਵਾਧਾ ਹੋਵੇ। ਗੁਰੂ ਪਿਆਰੀ ਸਾਧ ਸੰਗਤ, ਇਸ ਮਹੀਨੇ ਦੇ ਵਿੱਚ ਜੋ ਪੰਜਵੇਂ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਪੰਜਵੇਂ ਪਾਤਸ਼ਾਹ ਜੀ, ਇਸ ਬਾਣੀ ਦੇ ਸੰਪਾਦਕ, ਸ਼ਾਂਤੀ ਦੇ ਪੁੰਜ, ਜਿਨ੍ਹਾਂ ਨੇ 12ਵਾਂ ਮਾਹ ਦੇ ਵਿੱਚ ਸਾਡੇ 'ਤੇ ਪਰਉਪਕਾਰ ਕਰਦਿਆਂ ਹੋਇਆਂ ਇਸ ਮਹੀਨੇ ਦੀ ਰਚਨਾ ਕੀਤੀ ਹੈ, ਅਤੇ ਜੋ ਇਸ ਦਿਨ 'ਤੇ ਫਰਮਾਨ ਸਤਿਗੁਰਾਂ ਸਾਨੂੰ ਸਿੱਖਿਆ ਦੇਣਾ ਕੀਤੀ ਹੈ, ਆਓ ਸਰਵਣ ਕਰਨ ਦਾ ਯਤਨ ਕਰੀਏ। ਚਾਰਨ ਕਰੋ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਨਮਾਨਯੋਗ ਸਾਧ ਸੰਗਤ, ਸਤਿਗੁਰੂ ਜੀ ਫਰਮਾਨ ਕਰਦੇ ਹਨ ਕਿ ਭਾਈ, ਇਹ ਜਿਹੜੇ ਸਾਲ ਦੇ 12 ਸਮਿਆਂ ਦੀ ਵੰਡ ਕੀਤੀ ਗਈ ਹੈ, ਇਹਨਾਂ ਨੂੰ 12 ਮਹੀਨੇ ਕਿਹਾ ਗਿਆ ਹੈ। ਅਤੇ ਆਪ ਜੀ ਨੇ ਅੱਗੇ ਵੀ ਸਰਵਣ ਕੀਤਾ ਕਿ ਪੁਰਾਣੇ ਸਮੇਂ ਵਿੱਚ ਜਿਵੇਂ ਜਿਵੇਂ ਮਨੁੱਖ ਨੂੰ ਸੋਝੀ ਆਈ, ਤਿਵੇਂ ਤਿਵੇਂ ਉਹਨੇ ਆਪਣਾ ਜੀਵਨ ਦਾ ਜਿਹੜਾ ਸੀ ਉਹਦਾ ਹਿਸਾਬ ਕਿਤਾਬ ਨਾਲ ਪ੍ਰਬੰਧ ਕੀਤਾ ਹੈ। ਪਿਛਲੇ ਸਮੇਂ 'ਚ ਜਦੋਂ ਚੰਦਰਮਾ ਪੂਰਾ ਹੁੰਦਾ ਸੀ ਅਤੇ ਪੁੰਨਿਆਂ ਵਾਲੇ ਦਿਨ ਕਹਿ ਦਿੰਦੇ ਸੀ ਅੱਜ ਪੂਰਨਮਾਸੀ ਹੈ। ਮਾਸੀ ਤੋਂ ਭਾਵ ਮਹੀਨਾ ਪੂਰਾ। ਇਸੇ ਕਾਰਨ ਅੱਗੇ ਜੋ ਸਮੇਂ ਦੇ ਅਨੁਸਾਰ ਜੇ 12 ਮਹੀਨੇ ਜਿਵੇਂ ਸਤਿਗੁਰਾਂ ਫਰਮਾਨ ਕੀਤਾ ਹੈ, ਚੇਤ ਦੇ ਮਹੀਨੇ ਤੋਂ ਬਿਕਰਮੀ ਸੰਮਤ ਆਰੰਭ ਹੁੰਦਾ ਹੈ ਅਤੇ ਫੱਗਣ ਦੇ ਵਿੱਚ ਆ ਕੇ ਸੰਪੂਰਨ ਮੰਨਿਆ ਜਾਂਦਾ ਹੈ। ਇਹਦੇ ਅਨੁਸਾਰ ਜੋ ਕੱਤਕ ਦਾ ਮਹੀਨਾ ਹੈ, ਸਤਿਗੁਰੂ ਜੀ ਕਥਨ ਕਰਦੇ ਹਨ ਕਿ ਭਾਈ, ਆਮ ਲੋਕਾਂ ਦੇ ਮਨ ਦੇ ਵਿੱਚ ਅੱਗੇ ਵੀ ਆਪ ਨੇ ਸਰਵਣ ਕੀਤਾ ਹੈ, ਪਰ ਜੇ ਆਪਾਂ ਉਸੇ ਸ਼ਬਦ ਦੀ ਜਿਵੇਂ ਓਟ ਲੈਂਦੇ ਹਾਂ ਅਤੇ ਆਪਾਂ ਨੂੰ ਦੁਬਾਰਾ ਵੀ ਉਹ ਯਾਦ ਕਰ ਲੈਣਾ ਕੋਈ ਮਾੜਾ ਗੱਲ ਨਹੀਂ। ਉਸ ਸ਼ਬਦ ਨੂੰ ਸਤਿਗੁਰਾਂ ਫਰਮਾਨ ਕੀਤਾ, ਭਾਈ ਆਮ ਲੋਕਾਂ ਦੇ ਮਨ ਵਿੱਚ ਵਿਸ਼ਵਾਸ ਹੁੰਦਾ ਹੈ। ਇਹ ਸਾਲ ਦੇ ਵਿੱਚੋਂ 2 ਮਹੀਨਿਆਂ ਨੂੰ ਕਈ ਲੋਕ ਜਿਹੜੇ ਵਹਿਮ ਦੇ ਵਿੱਚ ਪੈ ਜਾਂਦੇ ਹਨ, ਉਹ ਕਹਿੰਦੇ ਮਹੀਨੇ ਚੰਗੇ ਨਹੀਂ, ਇਹ ਮਹੀਨਾ ਮਾੜਾ ਹੈ, ਇਹਦੇ ਵਿੱਚ ਕੋਈ ਚੰਗਾ ਕੰਮ ਨਾ ਕਰੋ, ਵਿਆਹ ਸ਼ਾਦੀ ਨਾ ਕਰੋ। ਜੇ ਕਿਸੇ ਦੇ ਘਰ ਕੋਈ ਪੁੱਤਰ ਪੈਦਾ ਹੋ ਜਾਵੇ ਤਾਂ ਉਹਨੂੰ ਵੀ ਚੰਗਾ ਨਹੀਂ ਮੰਨਦੇ। ਚਾਰਨ ਕਰੋ ਸ੍ਰੀ ਵਾਹਿਗੁਰੂ, ਉਹ ਕਹਿੰਦੇ ਕਲੈਣਾ ਹੈ। ਅਤੇ ਸਤਿਗੁਰੂ ਜੀ ਕਥਨ ਕਰਦੇ, ਭਾਈ ਕੱਤਕ ਇਹਦਾ ਨਾਂ ਤਾਂ ਰੱਖਿਆ, ਕੱਤਕ ਤੋਂ ਭਾਵ ਜਿਵੇਂ ਸੂਦ ਕੱਤਿਆ ਜਾਂਦਾ ਹੈ, ਅਤੇ ਜਿਹੋ ਜਿਹਾ ਸੂਦ ਕੱਤਿਆ ਹੈ ਉਹਦੇ ਅਨੁਸਾਰ ਉਹਦੇ ਜਿਹੜੇ ਵਸਤਰ ਬਣਦੇ ਸਨ, ਬਰੀਕ ਸੂਤ ਦੇ ਨਾਲ ਜਿਹੜੇ ਬਣਾਉਣ ਵਾਲੇ ਉਹ ਜਾਣਦੇ ਹਨ, ਮਾਈਆਂ ਨੂੰ ਪਤਾ ਹੈ। ਮੋਟੇ ਸੂਤ ਦੇ ਨਾਲ ਜਿਹੜੇ ਕੱਪੜੇ ਬਣਦੇ ਉਹਨਾਂ ਦੀ ਵੱਖਰੀ ਗਿਣਤੀ ਹੁੰਦੀ ਹੈ। ਅਤੇ ਸਤਿਗੁਰੂ ਜੀ ਕਹਿੰਦੇ ਇਸੇ ਤਰ੍ਹਾਂ ਜੀਵ ਜਿਹੜੇ ਕਰਮ ਕਰਦਾ ਹੈ, ਇਹਨੂੰ ਕੱਤਣਾ ਕਿਹਾ ਹੈ। ਬਾਬੇ ਬੁੱਲੇ ਸ਼ਾਹ ਨੇ ਵੀ ਤਾਂ ਹੀ ਕਿਹਾ, ਕਰ ਕੱਤਣ ਵੱਲ ਧਿਆਨ ਕੁੜੇ, ਭਾਵ ਆਪਣੀ ਰੂਹ ਨੂੰ ਕਹਿਣ ਡਏ ਹਨ ਕਿ ਹੇ ਮੇਰੀ ਆਤਮਾ, ਤੂੰ ਵੀ ਚੰਗੇ ਕੰਮਾਂ ਨੂੰ ਕਰਨਾ ਕਰ। ਇਹੀ ਕੱਤਣਾ ਹੈ ਕਿ ਚੰਗੇ ਕੰਮ ਕਰਨੇ। ਅਤੇ ਸਤਿਗੁਰਾਂ ਨੇ ਤਾਂ ਹੀ ਕਿਹਾ, ਜਿਹਦੇ ਕੰਮ ਚੰਗੇ ਹਨ ਉਹਨੂੰ ਸਾਧ ਕਿਹਾ ਜਾਂਦਾ। ਸਾਧ ਨਾਮ ਨਿਰਮਲ ਤਾਂ ਕੇ ਕਰਮ। ਅਤੇ ਮਹਾਰਾਜ ਜੀ ਕਹਿੰਦੇ ਮਹੀਨਾ ਕੋਈ ਮਾੜਾ ਨਹੀਂ, ਸਾਰਾ ਸਮਾਂ ਚੰਗਾ ਹੀ। ਜਿਹੋ ਜਿਹੇ ਕਰਮ ਕੀਤੇ ਹਨ ਫਲ ਸਾਨੂੰ ਉਹ ਮਿਲਣਾ ਹੈ। ਆਪਣਾ ਕੀਤਾ ਹੀ ਗਾੜੀ ਆਉਣਾ ਹੈ। ਤਾਂ ਹੀ ਕਹਿੰਦੇ ਜੇ ਤੇਰਾ ਹੀ ਕੀਤਾ ਤੇਰੇ ਗਾੜੀ ਆਉਣਾ, ਅਤੇ ਫਿਰ ਮਾੜਾ ਕਿਉਂ ਕਰਨਾ ਹੈ। ਇਹ ਕੱਤੇ ਦਾ ਮਹੀਨਾ ਅਤੇ ਪੋਹ ਦਾ ਮਹੀਨਾ, ਦੋਵੇਂ ਜਿਹੜੇ ਸੀ ਇਹਨਾਂ ਨੂੰ ਲੋਕ ਮਾੜਾ ਗਿਣਦੇ ਸਨ। ਅਤੇ ਵੇਖੋ ਸਤਿਗੁਰਾਂ ਨੇ ਸਾਡੇ 'ਤੇ ਪਰਉਪਕਾਰ ਕੀਤਾ ਕਿ ਕੱਤਕ ਦੇ ਮਹੀਨੇ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਅਵਤਾਰ ਧਾਰਨਾ ਕੀਤਾ।
ਭਾਵੇਂ ਕੁਝ ਵਿਦਵਾਨ ਕਹਿੰਦੇ ਹਨ ਮਹਾਰਾਜ ਦਾ ਅਪ੍ਰੈਲ ਦਾ ਅਵਤਾਰ ਹੈ, ਪਰ ਗੁਰੂ ਕੀ ਸਾਧ ਸੰਗਤ ਆਪ ਜਾਣਦੇ ਹੋ ਥੋੜ੍ਹਾ ਹੀ ਸਮਾਂ ਲੰਘਿਆ, 550 ਸਾਲਾ ਜਿਹੜਾ ਮਨਾਇਆ ਗਿਆ ਹੈ ਉਹ ਵੀ ਕੱਤਕ ਦੇ ਮਹੀਨੇ ਦੇ ਹਿਸਾਬ ਦੇ ਨਾਲ ਹੀ ਮੰਨਿਆ ਗਿਆ ਹੈ। ਪੁਰਾਤਨ ਜਿੰਨੇ ਵੀ ਗ੍ਰੰਥ ਹਨ ਵਿਦਵਾਨਾਂ ਦੇ, ਉਹਨਾਂ ਵੀ ਇਹੀ ਰਾਏ ਦੱਸੀ ਹੈ। ਸੋ ਰਹੋ ਵਿਚਾਰ ਕਹਿਣ ਦਾ ਭਾਵ ਕੱਤਕ ਦੇ ਮਹੀਨੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਉਸ ਪਰਮੇਸ਼ਰ ਨੇ ਨਾਨਕ ਨਾਮ ਰਖਾ ਕੇ ਨਾਨਕ ਬਣ ਕੇ ਸੰਸਾਰ 'ਤੇ ਆਉਣਾ ਕੀਤਾ ਕਿ ਲੋਕਾਂ ਦਾ ਵਹਿਮ ਹਟ ਜਾਵੇ। ਅਤੇ ਆਮ ਲੋਕ ਕਹਿੰਦੇ ਕਿ ਪੁੰਨਿਆਂ ਦੇ ਉੱਤੇ ਜਿਹੜੇ ਜੰਤਰ ਦੇ ਜੋਤਿਸ਼ ਦੇ ਵਿਸ਼ਵਾਸ ਰੱਖਣ ਵਾਲੇ ਲੋਕ ਹਨ, ਜੰਤਰੇ ਮੰਤਰਾਂ ਦੇ, ਉਹ ਕਹਿੰਦੇ ਪੁੰਨਿਆਂ 'ਤੇ ਲੜਕੀ ਦਾ ਜਨਮ ਹੁੰਦਾ, ਲੜਕੇ ਦਾ ਨਹੀਂ। ਅਤੇ ਸਤਿਗੁਰਾਂ ਨੇ ਇਹ ਵੀ ਸਾਡਾ ਵਹਿਮ ਤੋੜ ਦਿੱਤਾ ਕਿ ਪਰਮੇਸ਼ਰ ਦੇ ਹੁਕਮ ਨਾਲ ਇਹ ਜੀਵ ਆਉਂਦਾ ਹੈ ਅਤੇ ਪਰਮੇਸ਼ਰ ਦੇ ਹੁਕਮ ਨਾਲ ਜਾਂਦਾ ਹੈ। ਇੱਥੇ ਕੋਈ ਦਿਨ ਦਾ ਪਤਾ ਨਹੀਂ। ਜਿਵੇਂ ਲੋਕ ਕਹਿ ਦਿੰਦੇ ਜੀ ਬਾਹਰ ਸੌਣਾ ਹੋਵੇ ਅਤੇ ਉਦੋਂ ਸਿਆਲ ਲੰਘਣ ਤੋਂ ਬਾਅਦ ਕਹਿੰਦੇ ਇਹ ਪਹਿਲਾਂ ਸੌਂ ਜਾ, ਮੁੜ ਕੇ ਅਗਲਾ ਮਹੀਨਾ ਆਰੰਭ ਹੋ ਜਾਣਾ, ਫੱਗਣ ਪਾੜਨਾ ਮਾੜਾ ਹੈ। ਇਹ 'ਤੇ ਜਦੋਂ ਅੰਦਰ ਜਾਣਾ ਪੈਂਦਾ, ਮੀਂਹ ਹਨੇਰੀ ਆ ਜਾਂਦਾ, ਉਦੋਂ ਕੋਈ ਨਹੀਂ ਸੋਚਦਾ ਕਿਹੜਾ ਦਿਨ ਹੈ, ਕਿਹੜੇ ਦਿਨ ਅੰਦਰ ਹੋਈਏ ਕਿ ਨਾ ਹੋਈਏ। ਇਹ ਆਪਣੇ ਮਨ ਦੀਆਂ ਗੱਲਾਂ ਹਨ ਅਤੇ ਜਿਹੜਾ ਦੁੱਖ ਸੁੱਖ ਹੈ ਆਪਣੇ ਕੀਤੇ ਕਰਮਾਂ ਦਾ ਮਿਲਦਾ ਹੈ। ਇਸੇ ਪ੍ਰਕਾਰ ਸਤਿਗੁਰੂ ਜੀ ਗੁਰੂ ਨਾਨਕ ਸਾਹਿਬ ਜੀ ਨੇ ਕੱਤਕ ਦੇ ਮਹੀਨੇ ਵਿੱਚ ਕਿਰਪਾ ਕੀਤੀ, ਅਵਤਾਰ ਧਾਰਨਾ ਕੀਤਾ ਅਤੇ 10ਵੇਂ ਪਾਤਸ਼ਾਹ ਜੀ ਨੇ ਪੋਹ ਦੇ ਮਹੀਨੇ ਵਿੱਚ ਪੋਹ ਸੁਦੀ 7ਵੀਂ ਨੂੰ ਅਵਤਾਰ ਧਾਰਨਾ ਕੀਤਾ। ਚਾਰਨ ਕਰੋ ਸ੍ਰੀ ਵਾਹਿਗੁਰੂ। ਅਤੇ 5ਵੇਂ ਪਾਤਸ਼ਾਹ ਜੀ ਨੇ ਇਹ ਸਾਨੂੰ ਤਾਂ ਕਿਰਪਾ ਕਰਕੇ ਦੱਸਣਾ ਕੀਤਾ, ਭਾਈ ਕੱਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ। ਆਸਾ ਰਾਗ ਦੇ ਵਿੱਚ ਵੀ ਬਚਨ ਆਉਂਦਾ, ਦੱਦਾ ਦੋਸ਼ ਨਾ ਦੇਉ ਕਿਸੇ, ਦੋਸ਼ ਕਰਮਾ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰ ਜਨਮ। ਕਿਉਂਕਿ ਰੱਬ ਨਹੀਂ ਕਿਸੇ ਦਾ ਵੈਰੀ, ਵੈਰੀ ਤੇਰੇ ਐਬ ਬੰਦਿਆ। ਇਸ ਕਰਕੇ ਮਹਾਰਾਜ ਜੀ ਕਥਨ ਕਰਦੇ ਹਨ ਕਿ ਭਾਈ ਆਪਣੇ ਕਰਮਾਂ ਦੇ ਅਨੁਸਾਰ ਸਾਨੂੰ ਸਭ ਕੁਝ ਫਲ ਮਿਲਣਾ ਹੈ, ਅਤੇ ਚੰਗੇ ਕਰਮ ਕਰਨ ਦੀ ਵਾਹਿਗੁਰੂ ਦੇ ਚਰਨਾਂ ਵਿੱਚ ਬੇਨਤੀ ਕਰੀਏ, ਮਹਾਰਾਜ ਆਪ ਕਿਰਪਾ ਕਰਕੇ ਸਾਨੂੰ ਸਮਝਾਉਣਾ ਕਰ ਅਤੇ ਕਿਸੇ ਨੂੰ ਦੋਸ਼ ਨਾ ਦਈਏ, ਦੋਸ਼ ਆਪਣੇ ਲੱਭੀਏ। ਜਦੋਂ ਆਪਣੀਆਂ ਗਲਤੀਆਂ ਲੱਭਣ ਲੱਗ ਪਵਾਂਗੇ ਅਤੇ ਆਪੇ ਸੰਸਾਰ ਵੀ ਚੰਗਾ ਬਣ ਜਾਵੇਗਾ। ਅੱਜ ਦਾ ਸਮਾਂ ਐਸਾ ਬਣ ਚੁੱਕਾ, ਬਹੁ ਗਿਣਤੀ ਵਿੱਚ ਹਰ ਕੋਈ ਦੂਜੇ ਦਾ ਨੁਕਸ ਕੱਢਦਾ ਹੈ, ਦੂਜੇ ਦੀਆਂ ਗਲਤੀਆਂ ਦੱਸਦਾ ਹੈ, ਆਪਣੇ ਗੁਣ ਦੱਸਦਾ ਹੈ, ਪਰ ਗੁਰਬਾਣੀ ਇਸ ਦੇ ਉਲਟ ਕਹਿੰਦੀ ਹੈ ਕਿ ਭਾਈ ਪਹਿਲਾਂ ਆਪਣੇ ਆਪ ਨੂੰ ਸੁਧਾਰਨਾ ਕਰ, ਕਿਸੇ ਨੂੰ ਮਾੜਾ ਨਾ ਕਹੋ। ਫਿਰ ਅੱਗੇ ਹੋਰ ਸਪਸ਼ਟ ਕਰ ਦਿੱਤਾ ਮਹਾਰਾਜ ਜੀ ਨੇ, ਆਪ ਹੀ ਕਿਰਪਾ ਕੀਤੀ ਹੈ ਕਿ ਭਾਈ ਜੇ ਤੇ ਅਸੀਂ ਮਾਲਕ ਦੇ ਨਾਲ ਜੁੜੇ ਰਹੇ ਤੇ ਮਾੜਾ ਸਮਾਂ ਵੀ ਸੌਖਾ ਲੰਘ ਜਾਂਦਾ ਹੈ, ਕਿਉਂਕਿ ਜੇ ਗੁਰੂ ਨਾਲ ਹੈ, ਉਹਦੀ ਕਿਰਪਾ ਹੈ। ਜਿਵੇਂ ਸੰਗਤਾਂ ਜਾਣਦੇ ਹਨ ਕਿ ਭਾਈ ਮਨੀ ਸਿੰਘ ਜੀ ਨੇ ਇੱਕ ਸੰਗਤਾਂ 'ਤੇ ਪਰਉਪਕਾਰ ਕਰਨ ਵਾਸਤੇ, ਅਤੇ ਵੇਖੋ ਕਿੱਡਾ ਵੱਡਾ ਉਹਨਾਂ ਨੇ ਇਹ ਪਰਉਪਕਾਰ ਕੀਤਾ ਕਿ ਜਿੰਨੇ ਪੁਰਾਤਨ ਗ੍ਰੰਥ ਪੋਥੀਆਂ ਪਹਿਲੀਆਂ ਸੀ ਉਹ ਲੜੀਵਾਰ ਅੱਖਰਾਂ ਦੇ ਵਿੱਚ ਲਿਖੀਆਂ ਜਾਂਦੀਆਂ ਸਨ, ਜੁੜਵੇਂ ਅੱਖਰਾਂ ਵਿੱਚ। ਉਹਨਾਂ ਇਹ ਸੋਚਿਆ ਕਿ ਗੁਰਸਿੱਖਾਂ ਨੂੰ ਪੜ੍ਹਨ ਦੇ ਵਾਸਤੇ ਲਾਭ ਹੋ ਜਾਵੇ। ਉਹਨਾਂ ਨੇ ਪਦਛੇਦ ਅੱਖਰ ਕਰਕੇ, ਭਾਵ ਅੱਡ ਅੱਡ ਵਿਰਲੇ ਅੱਖਰ ਕਰਕੇ ਪੜ੍ਹਨ ਦਾ ਸੌਖਾ ਤਰੀਕਾ ਬਖਸ਼ਿਆ। ਹੋਰ ਕਿੰਨੀ ਗੁਰੂ ਘਰ ਦੀ ਪੰਥ ਦੀ ਸੇਵਾ ਕੀਤੀ, ਬਹੁਤ ਹਿੱਸਾ ਜਿਹੜਾ ਉਮਰ ਦਾ ਗੁਰੂ ਕੀ ਸੇਵਾ 'ਚ ਲਾਉਣਾ ਕੀਤਾ। ਪਰ ਉਹਨਾਂ ਦਾ ਬਹੁਤਾ ਸਤਿਕਾਰ ਵੇਖ ਕਰਕੇ, ਸੇਵਾ ਵੇਖ ਕੇ ਤੇ ਕਈ ਲੋਕਾਂ ਕੋਲ ਜਰੀ ਨਾ ਗਈ। ਅੱਜ ਵੀ ਵੇਖਿਆ ਜਾਂਦਾ ਹੈ ਜਦੋਂ ਕੋਈ ਚੰਗਾ ਕੰਮ ਕਰਦਾ ਹੈ ਤੇ ਦੂਜੇ ਦੇ ਮਨ ਵਿੱਚ ਹੁੰਦਾ ਹੈ ਇਹਦੀ ਵਡਿਆਈ ਬਹੁਤੀ ਹੁੰਦੀ, ਸਾਡੀ ਨਹੀਂ ਹੁੰਦੀ। ਇੱਕ ਖਾਣ ਦੀ ਭੁੱਖ ਹੁੰਦੀ, ਇੱਕ ਚੌਧਰ ਦੀ ਆਜ਼ਾਦੀ ਹੁੰਦੀ ਹੈ ਕਿ ਮੇਰਾ ਨਾਂ ਬਣ ਜਾਵੇ। ਇਸ ਕਰਕੇ ਕੁਝ ਲੋਕਾਂ ਨੇ ਇਹਦੀ ਵਿਰੋਧਤਾ ਕਰਨੀ ਕੀਤੀ ਅਤੇ ਸਮਾਂ ਐਸਾ ਆਇਆ ਸਰਕਾਰ ਕੋਲ ਸ਼ਿਕਾਇਤਾਂ ਲਾ ਦਿੱਤੀਆਂ ਕਿ ਆਪ ਜਾਣਦੇ ਹੋ ਸਰਕਾਰ ਨੇ ਟੈਕਸ ਦੇ ਬਹਾਨੇ ਉਹਨਾਂ 'ਤੇ ਐਸਾ ਪ੍ਰਭਾਵ ਬਣਾਉਣਾ ਚਾਹਿਆ ਕਿ ਕਿਸੇ ਨਾ ਕਿਸੇ ਤਰ੍ਹਾਂ ਇਹਨੂੰ ਅਸੀਂ ਸਜ਼ਾ ਦੇਣੀ ਹੈ। ਅਤੇ ਗੁਰੂ ਕੇ ਸਿੱਖ ਜਿਹੜੇ ਪਿਛਲੇ ਸਮੇਂ ਤੋਂ ਵੇਂਦੇ ਹੋ ਆਪ ਬੜੀ ਸ਼ਰਧਾ ਭਾਵਨਾ ਦੇ ਨਾਲ ਦੀਵਾਲੀ ਦਾ ਦਿਹਾੜਾ ਮਨਾਉਂਦੇ ਰਹੇ ਹਨ। ਅਤੇ ਗੁਰੂ ਕੀ ਸਾਧ ਸੰਗਤ ਉਹਨਾਂ ਸੋਚਿਆ ਕਿ ਇਹਦੇ ਕੋਲੋਂ ਟੈਕਸ ਹੀ ਇੰਨਾ ਮੰਗੋ ਜਿੰਨਾ ਇਹ ਦੇ ਨਾ ਸਕੇ ਜੁਰਮਾਨਾ, ਅਤੇ ਆਪੇ ਮੇਲਾ ਨਾ ਲੱਗੇਗਾ ਅਤੇ ਇਹਨਾਂ ਦੀ ਆਪੇ ਮਨ ਦੀ ਇੱਛਾ ਪੂਰੀ ਨਾ ਹੋਵੇਗੀ। ਅਤੇ ਗੁਰੂ ਕੀ ਸਾਧ ਸੰਗਤ ਸਿੱਖ ਜਿਹੜੇ ਸਨ ਉਹ ਮਾਇਆ ਦੇਣ ਨੂੰ ਤਿਆਰ ਹੋ ਗਏ, ਭਾਵੇਂ ਕਿਸੇ ਤਰ੍ਹਾਂ ਅਸੀਂ ਆਪਣਾ ਯਤਨ ਕਰੀਏ
ਤੇ ਗੁਰੂ ਕੇ ਦਿਹਾੜੇ ਜ਼ਰੂਰ ਮਨਾਉਣੇ ਹਨ। ਅੱਜ ਕਈ ਕਹਿ ਦਿੰਦੇ ਨਵੇਂ ਵਿਦਵਾਨ ਸਾਡਾ ਦੀਵਾਲੀ ਨਾਲ ਸੰਬੰਧ ਕੋਈ ਨਹੀਂ। ਭਾਈ ਇਹ ਬਣਾ ਕੇ ਵਿਚਾਰ ਕੇ ਵੇਖੀਏ, ਫਿਰ ਪਤਾ ਲੱਗਦਾ ਸਾਡਾ ਇਸ ਦਿਹਾੜੇ ਨਾਲ ਕੀ ਸੰਬੰਧ ਹੈ। ਤੇ ਗੁਰੂ ਕੀ ਸਾਧ ਸੰਗਤ ਅਗਲੀ ਤੋਕ 'ਚ ਵੀ ਇਹਦਾ ਜ਼ਿਕਰ ਆ ਜਾਣਾ ਹੈ। ਤੇ ਮਹਾਰਾਜ ਜੀ ਨੇ ਫਿਰ ਜਿਵੇਂ ਕਿਰਪਾ ਕੀਤੀ, ਸਿੱਖਾਂ ਨੂੰ ਸੋਝੀ ਦਿੱਤੀ, ਉਹਨਾਂ ਨੂੰ ਪਤਾ ਲੱਗ ਗਿਆ ਕਿ ਸਰਕਾਰ ਦੀ ਨੀਤੀ ਮਾੜੀ ਹੈ। ਉਹਨਾਂ ਕਿਹਾ ਜਦੋਂ ਇਹ ਸਾਰੇ ਇਕੱਠੇ ਹੋਣਗੇ ਤੇ ਫਿਰ ਸਾਰੇ ਸਿੱਖਾਂ ਨੂੰ ਇੱਥੇ ਫੜਨਾ ਸੌਖਾ ਹੋ ਜਾਵੇਗਾ। ਤੇ ਜਦੋਂ ਇਹ ਪਤਾ ਲੱਗਾ ਤੇ ਭਾਈ ਮਨੀ ਸਿੰਘ ਜੀ ਨੇ ਸਾਰਿਆਂ ਥਾਵਾਂ 'ਤੇ ਇਹ ਜਿਹੜੇ ਸਨ ਸੁਨਾਹ ਭੇਜ ਦਿੱਤੇ, ਚਿੱਠੀਆਂ ਭੇਜ ਦਿੱਤੀਆਂ ਕਿ ਇੱਥੇ ਭਾਈ ਸਰਕਾਰ ਵੱਲੋਂ ਸਖਤੀ ਹੁੰਦੀ ਜਾਂਦੀ ਹੈ ਤੇ ਜੋੜ ਮੇਲੇ 'ਤੇ ਸੰਗਤਾਂ ਨਾ ਆਉਣ। ਇਸ ਕਰਕੇ ਸੰਗਤ ਆਈ ਨਾ, ਉਹ ਮਾਇਆ ਜਿਹੜੀ ਉਨੀ ਇਕੱਠੀ ਨਾ ਹੋਈ। ਤੇ ਸਰਕਾਰ ਨੇ ਕਿਹਾ ਇਸੇ ਬਹਾਨੇ ਉਹਨਾਂ ਨੂੰ ਹੋਰ ਨਾਲ ਬਹਾਨੇ ਬਣਾ ਕੇ ਦੋਸ਼ ਦੇਣਾ ਕੀਤਾ। ਤੇ ਜਦੋਂ ਗੁਰੂ ਕੀ ਸਾਧ ਸੰਗਤ ਬੰਦ ਕੱਟਣ ਦਾ ਹੁਕਮ ਹੋਇਆ ਤੇ ਫਿਰ ਸਿਆਣੇ ਸੁੱਖਾਂ ਨੇ ਸੋਚਿਆ ਕਿ ਭਾਈ ਬੜਾ ਇਹ ਤਾਂ ਕੰਮ ਉਲਟ ਹੋ ਗਿਆ। ਏਡੇ ਮਹਾਨ ਪੁਰਖ ਜਿਹੜੇ ਹਨ, ਗੁਰੂ ਕੀ ਕਿਰਪਾ ਵਾਲੇ ਮਹਾਂਪੁਰਖ, ਗੁਰੂ ਕੇ ਪਿਆਰੇ ਸਿੱਖ, ਇਹ ਸੰਸਾਰ ਤੋਂ ਚਲੇ ਜਾਣ ਤੇ ਬੜਾ ਘਾਟਾ ਪੈ ਜਾਂਦਾ ਹੈ, ਪੂਰਾ ਨਹੀਂ ਹੁੰਦਾ। ਤੇ ਆਪਾਂ ਕਿਸੇ ਨਾ ਕਿਸੇ ਤਰ੍ਹਾਂ ਇਹਨਾਂ ਦੀ ਅਰਦਾਸ ਕਰੀਏ ਤੇ ਇਹਨਾਂ ਦਾ ਕਸ਼ਟ ਜਿਹੜਾ ਹਟ, ਇਹਨਾਂ ਤੋਂ ਦੋਸ਼ ਤੋਂ ਬਚ ਜਾਣ ਤੇ ਆਪਾਂ ਪੈਸੇ ਦੇ ਕੇ ਇਹਨਾਂ ਨੂੰ ਛਡਾ ਲਈਏ। ਤੇ ਗੁਰੂ ਕੀ ਸਾਧ ਸੰਗਤ ਭਾਈ ਸਾਹਿਬ ਜੀ ਨੇ ਬੇਨਤੀ ਕੀਤੀ, ਗੁਰੂ ਕੇ ਸਿੱਖੋ, ਜਿਹੜਾ ਹੁਕਮ ਪਰਮੇਸ਼ਰ ਦਾ ਇਸੇ ਤਰ੍ਹਾਂ ਹੀ ਹੋਣਾ ਹੈ। ਪਰ ਤੁਸੀਂ ਹੁਣ ਜੇ ਮੇਰਾ ਭਲਾ ਚਾਹੁੰਦੇ ਹੋ ਤੇ ਅਰਦਾਸ ਕਰੋ ਗੁਰੂ ਮਹਾਰਾਜ ਦੇ ਅੱਗੇ ਕਿ ਮੈਂ ਇਸ ਕੁਰਬਾਨੀ ਦੇ ਵਿੱਚ ਅਡੋਲ ਰਵਾਂ, ਡੋਲ ਨਾ ਜਾਵਾਂ। ਇਸ ਜਿਹੜਾ ਪੇਪਰ ਪੈ ਰਿਹਾ ਹੈ ਮੈਨੂੰ ਇਮਤਿਹਾਨ ਵਿੱਚੋਂ ਪਾਸ ਹੋ ਜਾਵਾਂ। ਤੇ ਗੁਰੂ ਕੀ ਸਾਧ ਸੰਗਤ ਖਿੜੇ ਮੱਥੇ ਮਹਾਰਾਜ ਜੀ ਦੀ ਗੁਰਬਾਣੀ ਦਾ ਜਾਪ ਕਰਦਿਆਂ ਉਹਨਾਂ ਨੇ ਆਪਣੇ ਸਰੀਰ 'ਤੇ ਸਾਰੇ ਕਸ਼ਟ ਸਹਾਰੇ, ਪਰ ਉਹਨਾਂ ਦੀ ਆਤਮਾ ਉਸੇ ਤਰ੍ਹਾਂ ਪ੍ਰਸੰਨ ਰਹੀ ਹੈ। ਮਹਾਰਾਜ ਜੀ ਕਥਨ ਕਰਦੇ ਉਹ ਜੁੜੇ ਹਨ ਤੇ ਜਦੋਂ ਉਹਦੇ ਤੋਂ ਜੁੜ ਟੁੱਟ ਜਾਈਏ ਤੇ ਸੁੱਖ ਜਿਹੜੇ ਹਨ ਉਹ ਵੀ ਸਾਡੇ ਦੁੱਖਾਂ ਵਿੱਚ ਬਦਲ ਜਾਂਦੇ ਹਨ। ਜਿਹੜੇ ਆਪਣੇ ਹਨ ਉਹ ਵੀ ਬਗਾਨੇ ਬਣ ਜਾਂਦੇ ਹਨ, ਸੱਜਣ ਵੀ ਵੈਰੀ ਹੋ ਜਾਂਦੇ ਹਨ। ਤੇ ਸਿਆਣੇ ਕਹਿੰਦੇ ਡਾਢੇ ਅੱਖਾਂ ਫੇਰੀਆਂ ਤੇ ਵੈਰੀ ਕੁੱਲ ਜਹਾਨ। ਤੇ ਜੇ ਪਰਮੇਸ਼ਰ ਆਪਣਾ ਸੱਜਣ ਬਣ ਜਾਵੇ ਤੇ ਕੋਈ ਮੁਸ਼ਕਲ ਨਹੀਂ ਰਹਿੰਦੀ। ਹੁਣ ਸਤਿਗੁਰੂ ਜੀ ਕਹਿੰਦੇ ਹਨ ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੇ ਰੋਗ। ਤੇ ਜੀਵ ਜਦੋਂ ਦੁਖੀ ਹੁੰਦਾ ਕਹਿੰਦਾ ਮੈਨੂੰ ਰੋਗ ਕਿਉਂ ਲੱਗ ਗਏ, ਮੈਂ ਮਾੜਾ ਕੰਮ ਨਹੀਂ ਕੀਤਾ। ਸਤਿਗੁਰੂ ਜੀ ਕਹਿੰਦੇ ਭਾਈ ਆਪਣੇ ਮੁੱਢ ਤੋਂ ਭੁੱਲ ਚੁੱਕਾ ਹੈ ਕਿ ਮੈਨੂੰ ਕਿਹਨੇ ਸੰਸਾਰ 'ਤੇ ਘੱਲਿਆ, ਕੀ ਕਰਨਾ ਹੈ ਤੇ ਕੀ ਕਰਕੇ ਇੱਥੋਂ ਜਾਣਾ ਹੈ ਤੇ ਕੀ ਨਹੀਂ ਕਰਨਾ। ਸਾਨੂੰ ਇਹ ਗੱਲ ਭੁੱਲ ਜਾਂਦੀ, ਅਸੀਂ ਹੋਰ ਕੰਮਾਂ ਜੰਜਾਲਾਂ ਵਿੱਚ ਰੁੱਝ ਜਾਂਦੇ ਹਾਂ, ਉਹ ਸਮਾਂ ਐਵੇਂ ਵਿਅਰਥ ਚਲਿਆ ਜਾਂਦਾ ਹੈ। ਮਹਾਰਾਜ ਜੀ ਕਹਿੰਦੇ ਫਿਰ ਦੁੱਖ ਘੇਰਾ ਪਾ ਲੈਂਦੇ ਹਨ। ਸਤਿਗੁਰੂ ਜੀ ਕਹਿੰਦੇ ਫਿਰ ਇੱਕ ਤੇ ਕਾਰਨ ਇਹ ਹੁੰਦਾ ਹੈ ਕਿ ਮਨੁੱਖ ਨੂੰ ਸੋਝੀ ਨਹੀਂ। ਦੂਜੀ ਗੱਲ ਇਹ ਹੈ ਜਦੋਂ ਮਨੁੱਖ ਗਲਤ ਰਸਤੇ ਪੈ ਜਾਂਦਾ ਹੈ ਜਾਂ ਹੋਰ ਕਿਸੇ ਪਾਪ ਦੇ ਵਿੱਚ 2 ਨੰਬਰ ਦੀ ਕਮਾਈ, ਕਿਸੇ ਦਾ ਹੱਕ ਖਾਣਾ ਸ਼ੁਰੂ ਕਰ ਦਿੰਦਾ ਹੈ, ਧੱਕਾ ਕਰਨਾ ਕਿਸੇ ਦੇ ਨਾਲ ਮਾੜਾ ਵਿਹਾਰ ਕਰਨਾ, ਤੇ ਫਿਰ ਉਸ ਵੇਲੇ ਉਹ ਕਹਿੰਦਾ ਮੈਨੂੰ ਗੁਰੂ ਦੀ ਲੋੜ ਨਹੀਂ। ਸਿਆਣਿਆਂ ਦਾ ਕਥਨ ਹੈ ਕਿ ਸਿੱਖ ਜਿਹੜੇ ਹਨ ਜਾਂ ਇਹਨਾਂ ਸਿੱਖਾਂ ਦੇ ਲੜਕੇ ਕੇਸ ਕਿਉਂ ਕਟਾਉਂਦੇ ਹਨ? ਸਭ ਤੋਂ ਪਹਿਲਾਂ ਕੇਸ ਤਾਂ ਕਟਾਉਂਦੇ ਹਨ ਕਿ ਸਾਨੂੰ ਖੁੱਲ੍ਹ ਹੋ ਜਾਵੇ, ਸਾਡਾ ਰਸਤਾ ਖੁੱਲ੍ਹਾ ਹੋ ਜਾਵੇ। ਕੋਈ ਇਹ ਨਾ ਕਹੇ ਇਹ ਕੇਸਾਧਾਰੀ ਹੋ ਕੇ ਗੁਰੂ ਦਾ ਸਿੱਖ ਸਿਆਣਾ ਬਣ ਕੇ ਇਹ ਗਲਤ ਕੰਮ ਕਿਉਂ ਕਰ ਰਿਹਾ ਹੈ। ਇਸ ਕਰਕੇ ਪਹਿਲਾਂ ਆਪਣਾ ਆਪ ਹੀ ਵਿਗਾੜਦਾ ਹੈ ਤੇ ਮੁੜ ਕੇ ਪੂਰਾ ਹੀ ਉਲਟ ਪਾਸੇ ਚਲਿਆ ਜਾਂਦਾ, ਬੇਮੁਖ ਹੋ ਜਾਂਦਾ ਗੁਰੂ ਤੋਂ। ਕਿਉਂਕਿ ਜਿਹਨੇ ਆਪਣੇ ਮਨ ਦੀ ਮਰਜ਼ੀ ਕਰਨੀ ਜਾਂ ਕਿਸੇ ਗਲਤ ਸੰਗਤ ਦੇ ਪਿੱਛੇ ਤੁਰ ਪੈਣਾ ਤੇ ਉਹ ਗੁਰੂ ਉਹਦੇ ਕਿਵੇਂ ਬੇਨਤੀ ਨੂੰ ਮੰਨੇਗਾ। ਗੁਰਮੁਖ ਉਹ ਹੈ ਜਿਹੜਾ ਹਰ ਵੇਲੇ ਗੁਰੂ ਨੂੰ ਮੁੱਖ ਰੱਖਦਾ ਹੈ। ਤੇ ਸਤਿਗੁਰੂ ਜੀ ਕਹਿੰਦੇ ਵੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ। ਮਹਾਰਾਜ ਜੀ ਕਹਿੰਦੇ ਫਿਰ ਥੋੜ੍ਹਾ ਨਹੀਂ, ਪਤਾ ਨਹੀਂ ਕਿੰਨੇ ਕਿੰਨੇ ਜਨਮਾਂ ਦਾ ਵਿਛੋੜਾ ਪੈ ਜਾਂਦਾ, ਕਦੋਂ ਮੇਲ ਹੋਣਾ ਕਿ ਨਹੀਂ ਹੋਣਾ। ਇਸ ਕਰਕੇ ਉਹਦੇ ਅੱਗੇ ਬੇਨਤੀ ਕਰੀਏ ਮਹਾਰਾਜ ਕਿਰਪਾ ਕਰ, ਜੇ ਚੰਗੇ ਕਰਮਾਂ ਕਰਕੇ ਜਾਂ ਤੇਰੀ ਰਹਿਮਤ ਕਰਕੇ ਸਾਨੂੰ ਇਹ ਮਨੁੱਖ ਦਾ ਜਨਮ ਮਿਲਿਆ ਹੈ। ਭਗਤ ਰਵਿਦਾਸ ਜੀ ਕਹਿੰਦੇ ਬਹੁਤ ਜਨਮ ਵਿਛਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਹੁਣ ਆਪਣੀ ਆਗਿਆ ਵਿੱਚ ਸਾਨੂੰ ਚਲਾਉਣਾ ਕਰੋ। ਸਤਿਗੁਰੂ ਜੀ ਕਹਿੰਦੇ ਕੰਮ ਭੁੱਲ ਗਿਆ ਤੇ ਇਸ ਕਰਕੇ ਤੈਨੂੰ ਜਨਮਾਂ ਦਾ ਵਿਛੋੜਾ ਪੈ ਗਿਆ। ਨਦੀਆਂ ਦਾ ਹੀ ਪਾਣੀ ਵਿਛੜੇ ਮੁੜ ਕੇ ਮਿਲਦੇ ਨਹੀਂ ਹਨ। ਤੇ
ਤੇ ਜਿਨ੍ਹਾਂ ਨੂੰ ਵੇਖ ਕੇ ਬੜਾ ਹੰਕਾਰ ਕਰਦਾ ਸੀ, ਮੇਰੇ ਕੋਲ ਇੰਨੀ ਜਾਇਦਾਦ ਆ ਗਈ, ਮਸ਼ੀਨਰੀ ਆ ਗਈ, ਮੇਰੀ ਰਿਹਾਇਸ਼ ਬਣ ਗਈ, ਕੋਠੀਆਂ ਬਣ ਗਈਆਂ, ਮੇਰੇ ਕੋਲ ਪਾਵਰ ਹੋ ਗਈ। ਤੇ ਸਤਿਗੁਰੂ ਜੀ ਕਹਿੰਦੇ ਜਦੋਂ ਸਮਾਂ ਪਲਟਦਾ ਹੈ ਤੇ ਇੱਕਦਮ ਸਾਰੇ ਚੀਜ਼ਾਂ ਜਿਹੜੀਆਂ ਹਨ, ਜੋ ਵੀ ਸੁੱਖ ਹਨ, ਉਹ ਦੁੱਖਾਂ ਵਿੱਚ ਹੋ ਜਾਂਦੇ ਹਨ। ਜਿਵੇਂ ਮਨੁੱਖ ਬਿਮਾਰ ਹੋਵੇ ਤੇ ਉਹਨੂੰ ਕੋਈ ਖਾਣਾ ਪੀਣਾ ਚੰਗਾ ਨਹੀਂ ਲੱਗਦਾ, ਜਦੋਂ ਜ਼ਿਆਦਾ ਤੰਗ ਹੋ ਜਾਂਦਾ ਤੇ ਉਹੀ ਘਰ ਜਦੋਂ ਉਹਨੂੰ ਵੱਡ ਖਾਣ ਲੱਗ ਪੈਂਦਾ ਹੈ ਕਿ ਮੈਨੂੰ ਬਣਾਉਂਦਾ ਰਿਹਾ, ਇਹਦਾ ਮੈਨੂੰ ਸੁੱਖ ਕੀ ਹੋਇਆ। ਉਹ ਧੀਆਂ ਪੁੱਤਰ ਪਰਿਵਾਰ ਫਿਰ ਅੱਗੇ ਉਹਦੀ ਜਾਇਦਾਦ ਦਾ ਹਿਸਾਬ ਕਿਤਾਬ ਸੋਚਣ ਲੱਗ ਪੈਂਦੇ ਹਨ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਇੱਕ ਅੱਖ ਫਰਕਣ ਦੇ ਵਿੱਚ ਜਿਹੜੇ ਤੇਰੇ ਸੁੱਖ ਸੀ ਜਾਂ ਤੇਰੇ ਆਪਣੇ ਸਾਧਨ ਸੀ, ਉਹ ਸਾਰੇ ਉਲਟ ਹੋ ਗਏ, ਸਾਰੇ ਰਸ ਫਿੱਕੇ ਪੈ ਗਏ ਹਨ। ਤੇ ਜੇ ਭਾਈ ਤੂੰ ਕਰਮ ਹੀ ਆਪ ਇਹੋ ਜਿਹੇ ਕੀਤੇ, ਪਰਮੇਸ਼ਰ ਦੀ ਗੱਲ ਮੰਨੀ ਨਹੀਂ, ਤੇ ਫਿਰ ਤੇਰਾ ਵਿਚੋਲਾ ਕੋਈ ਨਹੀਂ ਬਣੇਗਾ। ਕਿਉਂਕਿ ਅਸਲ ਵਿਚੋਲਾ ਗੁਰੂ ਹੈ, ਜਿਹਦੀ ਲੋਕ ਤੇ ਪਰਲੋਕ ਵਿੱਚ ਜਿਹੜੀ ਸ਼ਕਤੀ ਚੱਲਦੀ ਹੈ। ਤੇ ਸਤਿਗੁਰੂ ਜੀ ਕਹਿੰਦੇ ਹਨ, ਹੱਕ ਪਰਾਇਆ ਨਾਨਕਾ ਉਹ ਸੂਰ ਸਗਾਏ, ਗੁਰ ਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਸਤਿਗੁਰੂ ਜੀ ਕਹਿੰਦੇ ਜਿਹੜਾ ਕਿਸੇ ਦਾ ਹੱਕ ਖੋਹਦਾ ਹੈ, ਕਿਸੇ ਦੀ ਚੋਰੀ ਕਰਦਾ ਹੈ, ਤੇ ਗੁਰੂ ਉਹਦੀ ਜਾਮਨੀ ਨਹੀਂ ਦਿੰਦਾ। ਭਾਵੇਂ ਕਿੰਨਾ ਆਣ ਕੇ ਅਰਦਾਸਾਂ ਕਰੇ, ਕਿੰਨੇ ਭੇਗ ਤਾਰੇ, ਕਿੰਨਾ ਦਾਨ ਕਰੇ, ਕਿਉਂਕਿ ਜਿਹੜਾ 2 ਨੰਬਰ ਦਾ ਦਾਨ ਸਤਿਗੁਰੂ ਜੀ ਕਹਿੰਦੇ ਹਨ, ਇਸ ਕਰਕੇ ਵੱਢੀਏ ਹੱਥ ਦਲਾਲ ਕੇ ਮੁਸਫੀ ਇਹ ਕਰੇ, ਨਾਨਕ ਅੱਗੇ ਸੋ ਮਿਲੇ ਜੋ ਖੱਟੇ ਕਾਲੇ ਦੇ। ਅੱਗੇ ਉਹ ਦਾਨ ਪਛਾਣਿਆ ਜਾਂਦਾ, ਇਹਦੀ ਹੱਕ ਦੀ ਕਮਾਈ ਹੈ ਕਿ ਇਹਨੇ ਕਿਸੇ ਦਾ ਖੋਇਆ ਹੋਇਆ ਹੈ। ਜੇ ਕਿਸੇ ਦੇ ਘਰ ਦਾ ਖੋਇਆ ਤੇ ਅੱਗੇ ਉਹਦੇ ਪਿੱਤਰ ਜਿਹੜੇ ਵੱਡੇ ਵਡੇਰੇ ਵੀ ਹਨ, ਉੱਥੇ ਉਹ ਕਹਿੰਦੇ ਸਾਡੇ ਘਰੋਂ ਇਹਨੇ ਚੁੱਕ ਕੇ ਲਿਆਂਦਾ, ਇਹਦਾ ਦਾਨ ਨਹੀਂ ਮਨਜ਼ੂਰ ਹੋਣਾ ਚਾਹੀਦਾ। ਤੇ ਸਤਿਗੁਰੂ ਜੀ ਕਹਿੰਦੇ ਇਸ ਕਰਕੇ ਗੁਰੂ ਉਹਦੀ ਜਿਹੜੀ ਹੈ ਸ਼ਾਦੀ ਨਹੀਂ ਭਰਦਾ, ਗਵਾਹੀ ਨਹੀਂ ਦਿੰਦਾ। ਗੁਰੂ ਉਹਦੇ 'ਤੇ ਕਿਰਪਾ ਕਰਦਾ ਜਿਹੜਾ ਗੁਰੂ ਦੀ ਆਗਿਆ ਵਿੱਚ ਰਹਿੰਦਾ ਹੈ। ਤੇ ਫਿਰ ਕਹਿੰਦੇ ਕਿਹਦੇ ਅੱਗੇ ਜਾ ਕੇ ਰੋਵੇਂਗਾ, ਤੇਰਾ ਦੁੱਖ ਕੌਣ ਸੁਣੇਗਾ, ਗੁਰੂ ਤੋਂ ਬਿਨਾ ਸੱਚੇ ਸਤਿਗੁਰੂ ਬਾਝੋਂ ਦਰਗਾਹ ਵਿੱਚ ਕੌਣ ਵਕੀਲ ਬਣੇ। ਇਸ ਕਰਕੇ ਜਿਹੜਾ ਗੁਰੂ ਦੀ ਆਗਿਆ ਵਿੱਚ ਚੱਲਣ ਵਾਲਾ ਹੈ, ਗੁਰੂ ਨੂੰ ਉਹਦੀ ਪੈਜ ਰੱਖਣੀ ਪੈਂਦੀ ਹੈ। ਮਹਾਰਾਜ ਕਹਿੰਦੇ ਜਿਹੜੇ ਤੂੰ ਕਰਮ ਕੀਤੇ ਸੀ ਉਹਦੇ ਨਾਲ ਤੇਰੇ ਸੰਜੋਗ ਬਣੇ ਹਨ। ਇਸ ਕਰਕੇ ਉਹ ਲਿਖਤ ਇਹੋ ਜਿਹੀ ਬਣ ਗਈ ਹੈ ਤੇਰੇ ਕਰਮਾਂ ਦੇ, ਇੱਥੇ ਹੁਣ ਕੋਈ ਵੀ ਚਾਰਾ ਨਹੀਂ ਚੱਲਣਾ, ਨਾ ਇੱਥੇ ਜੰਤਰ ਮੰਤਰ ਚੱਲਣਾ ਹੈ। ਕਿਉਂਕਿ ਸਤਿਗੁਰਾਂ ਨੇ ਇਹ ਜਿਹੜਾ ਹਵਾਲਾ ਦਿੱਤਾ ਹੈ, ਜਦੋਂ ਬਾਬਰ ਦੀ ਫੌਜ ਚੜ੍ਹ ਕੇ ਆਈ ਸੀ ਏਮਨਾਬਾਦ ਤੇ ਉਹਦੇ ਵਿੱਚ ਕਈ ਬੜੇ ਮੌਲਵੀ ਆਪਣੇ ਆਪ ਨੂੰ ਕਹਿੰਦੇ ਸੀ ਸਾਡੇ ਵਿੱਚ ਸ਼ਕਤੀ ਬੜੀ ਹੈ ਜੰਤਰਾਂ ਮੰਤਰਾਂ ਦੀ, ਸਾਡੇ ਕੋਲ ਇਲਮ ਬੜਾ ਹੈ। ਸਾਡੇ ਲੋਕ ਡਰ ਜਾਂਦੇ ਫਲਾਣੇ ਕੋ ਕਾਲਾ ਇਲਮ ਹੈ। ਹੁਣ ਕਾਲੇ ਇਲਮ ਦਾ ਨਾਂ ਸੁਣ ਕੇ ਡਰ ਜਾਂਦੇ, ਪਤਾ ਨਹੀਂ ਸਾਨੂੰ ਕਾਲਾ ਇਲਮ ਆਂਦੇ ਕਿਹਨੂੰ ਹਨ, ਇਹ ਪਤਾ ਨਹੀਂ। ਭਾਵ ਜਿਹੜੀ ਕਾਲੀ ਵਿਦਿਆ ਪੁੱਠੇ ਕੰਮ ਕਰਨ ਵਾਸਤੇ ਜਿਹਨੇ ਸਿੱਖੀ ਹੈ। ਤੇ ਸਤਿਗੁਰੂ ਜੀ ਕਥਨ ਕਰਦੇ ਹਨ, ਉਹਨਾਂ ਨੇ ਬੜੇ ਯਤਨ ਕੀਤੇ ਕਿ ਅਸੀਂ ਫੌਜ ਨੂੰ ਅੰਨੇ ਕਰ ਦੇਣਾ, ਸਾਡਾ ਨੁਕਸਾਨ ਨਹੀਂ ਹੋਵੇਗਾ। ਤੇ ਸਤਿਗੁਰਾਂ ਫਿਰ ਵੇਖਿਆ ਜਦੋਂ ਸਭ ਕੁਝ ਹੋਇਆ, ਉਹਨਾਂ ਨੂੰ ਪੁੱਛਿਆ ਦੱਸੋ ਹੁਣ ਕੋਈ ਮੁਗਲ ਨਾ ਹੋਆ, ਅੰਧਾ ਕਿਨੇ ਨਾ ਪਰਚਾ ਲਾਇਆ। ਭਾਈ ਜਦੋਂ ਉਹਦੀ ਨਜ਼ਰ ਜਿਹੜੀ ਪਰਮੇਸ਼ਰ ਦੀ ਫਿਰ ਜਾਵੇ, ਕਰੋਪੀ ਹੋ ਜਾਵੇ, ਕੋਈ ਚਾਰਾ ਨਹੀਂ ਚੱਲਦਾ। ਸਤਿਗੁਰੂ ਜੀ ਕਹਿੰਦੇ ਫਿਰ ਕੋਈ ਉੱਥੇ ਯਤਨ ਨਹੀਂ ਹੋਣਾ, ਕੋਈ ਚਾਰਾ ਨਹੀਂ ਚੱਲਣਾ, ਜਦੋਂ ਉਹਦੇ ਨਾਲੋਂ ਟੁੱਟ ਚੁੱਕੇ ਹਾਂ। ਕਹਿੰਦੇ ਫਿਰ ਮਹਾਰਾਜ ਕੋਈ ਇਹਦੇ ਬਚਾਅ ਵੀ ਹੋ ਸਕਦੇ ਹਨ, ਜੀਵ ਦੇ ਕਿਸੇ ਤਰ੍ਹਾਂ ਕੋਈ ਭਲਾ ਵੀ ਹੋ ਸਕਦਾ। ਸਤਿਗੁਰੂ ਜੀ ਕਹਿੰਦੇ ਹਨ ਭਾਈ ਜੇ ਇਹਦੀ ਲਿਖਤ ਵਿੱਚ ਇਹਦੇ ਕਰਮ ਚੰਗੇ ਹਨ, ਪਰਮੇਸ਼ਰ ਇਹਦੇ 'ਤੇ ਤਰਸ ਕਰ ਲਵੇ, ਵੱਡੇ ਭਾਗਾਂ ਦੇ ਨਾਲ ਉਹ ਪ੍ਰਭੂ ਨਾਲ ਮਿਲਾਪ ਹੋ ਜਾਵੇ, ਤੇ ਜਿਹੜੇ ਸਾਰੇ ਵਿਛੋੜੇ ਹਨ, ਸਾਰੀਆਂ ਮੁਸ਼ਕਿਲਾਂ ਹਨ, ਉਹ ਸਾਰੀਆਂ ਸਤਿਗੁਰੂ ਜੀ ਹੱਲ ਕਰ ਦਿੰਦੇ ਹਨ। ਕਿਉਂਕਿ ਸੰਜੋਗ ਵਿਜੋਗ ਧੁਰੋਂ ਹੀ ਹੋਆ, ਪੰਚ ਧਾਤ ਕਰ ਪੁਤਲਾ ਕੀਆ, ਸਾਹੇ ਕੈ ਫਰਮਾਇੜੇ ਜੀ ਦੇਹੀ ਵਿੱਚ ਜਿਉ ਆਏ ਪਿਆ। ਮਹਾਰਾਜ ਜੀ ਕਹਿੰਦੇ ਉਹ ਜਿਹੜੀ ਲਿਖਤ ਪੈ ਚੁੱਕੀ ਹੈ ਉਹ ਬਦਲਦੀ ਨਹੀਂ। ਇਸ ਕਰਕੇ ਉਹ ਜਿਹੜੇ ਮੱਥੇ ਦੇ ਲੇਖ ਹਨ, ਕੀੜੀ ਤੋਂ ਲੈ ਕਰਕੇ ਹਾਥੀ ਤੱਕ ਪਰਮੇਸ਼ਰ ਨੇ ਸਾਰਿਆਂ ਦੀ ਉਹ ਕਿਸਮਤ ਲਿਖੀ ਹੈ। ਤੇ ਉਹ ਸਾਰਿਆਂ ਨੂੰ ਹੁਣ ਇਹ ਵੀ ਨਹੀਂ ਪਤਾ ਕਿ ਜਿਹੜੀ ਮੇਰੀ ਲਿਖਤ ਬਣੀ ਉਹ ਤਾਂ ਮੇਰੇ ਕੋਲ ਹੈ, ਉਹਨੂੰ ਤਾਂ ਵੇਖਦਾ ਨਹੀਂ, ਤੇ ਗਾਂ ਦੂਜਿਆਂ ਨੂੰ ਦੋਸ਼ ਦਿੰਦਾ ਹੈ ਜਾਂ ਪਰਮੇਸ਼ਰ ਨੂੰ ਦੋਸ਼ ਦਿੰਦਾ, ਮੈਨੂੰ ਆਹ ਨਹੀਂ ਮਿਲਿਆ, ਆਹ ਨਹੀਂ ਮਿਲਿਆ। ਇਸ ਕਰਕੇ ਸਤਿਗੁਰੂ ਜੀ ਕਥਨ ਕਰਦੇ ਹਨ, ਵਡਭਾਗੀ ਮੇਰਾ ਪ੍ਰਭ ਮਿਲੇ ਤਾਂ ਉਤਰੇ ਸਭ ਵਿਯੋਗ, ਵਿਛੋੜੇ ਝੋਰੇ ਸਾਰੇ ਖਤਮ ਹੋ ਜਾਂਦੇ ਹਨ।
ਜਿੱਥੋਂ ਵਿਛੜਿਆ ਹੈ ਜੇ ਉਹਦੇ ਨਾਲ ਜੁੜ ਜਾਵੇ, ਕਿਉਂਕਿ ਸਤਿਗੁਰੂ ਜੀ ਕਹਿੰਦੇ ਟੁੱਟੀ ਚੀਜ਼ ਜਿਹੜੀ ਹੈ ਆਮ ਕਰਕੇ ਜੁੜਦੀ ਨਹੀਂ, ਉਹਦੇ ਵਿੱਚ ਗੰਢ ਪੈ ਜਾਂਦੀ ਹੈ। ਤੇ ਸਾਡੇ ਮਨ ਦੇ ਕਈ ਟੁਕੜੇ ਹੋਏ ਹਨ, ਬੀਓ ਬੀਜ ਪੱਤ ਲੈ ਗਏ ਅਬ ਕਿਉਂ ਉਗਵੇ ਦਾਲ। ਕਹਿੰਦੇ ਉਹ ਜਿਹੜੇ ਹਨ ਛੋਲਿਆਂ ਦੇ ਦਾਣਿਆਂ ਨੂੰ ਦਾਲ ਬਣ ਚੁੱਕੀ, ਉੱਗਣਗੇ ਕਿਵੇਂ? ਪਰ ਗੁਰੂ ਕਿਰਪਾ ਕਰ ਦੇਵੇ ਤੇ ਖਿਲਰਿਆ ਮਨ ਇੱਕ ਹੋ ਜਾਂਦਾ ਹੈ। ਜਦੋਂ ਮਨ ਇੱਕ ਹੋ ਗਿਆ ਤੇ ਜੋ ਇਹ ਕਹੇਗਾ ਪਰਮੇਸ਼ਰ ਇਹਦੀ ਗੱਲ ਪੂਰੀ ਕਰ ਦਿੰਦਾ ਹੈ। ਨਾਨਕ ਕਉ ਪ੍ਰਭੁ ਰਾਖ ਦੇਵਾ, ਮੇਰੇ ਸਾਹਿਬ ਬੰਦੀ ਲੋਚਾ। ਮਹਾਰਾਜ ਜੀ ਕਥਨ ਕਰਦੇ ਹਨ ਕਿ ਭਾਈ ਉਸ ਵਾਹਿਗੁਰੂ ਕਾਲ ਪੁਰਖ ਦੇ ਚਰਨਾਂ ਵਿੱਚ ਬੇਨਤੀ ਕਰੀਏ, ਕਿਉਂਕਿ ਉਹਦੇ ਤੋਂ ਬਿਨਾਂ ਪੂਰੀ ਨਹੀਂ ਪੈਣੀ। ਜਿਹੜਾ ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਤੇ ਸਾਰੇ ਮਸਲੇ ਵੀ ਉਹੀ ਹੱਲ ਕਰ ਸਕਦਾ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ, ਹੇ ਪਰਮੇਸ਼ਰ ਆਪਣੇ ਸੇਵਕ ਦੀ ਪੈਜ ਰੱਖ ਲੈ, ਦਾਰਿਆਂ ਦੀ ਲਾਜ ਰੱਖ ਲੈ। ਤੇ ਇਸ ਕਰਕੇ ਉਹ ਪੈਜ ਤਾਂ ਰੱਖਦਾ ਜੇ ਸਾਰਿਆਂ ਪਾਸਿਆਂ ਤੋਂ ਹੋਰ ਝਾਕ ਹਟ ਜਾਵੇ, ਇੱਕ ਉਹਦਾ ਦਰ ਜਿਹੜਾ ਉਹਦੇ ਤੇ ਭਰੋਸਾ ਕੀਤਾ ਜਾਵੇ, ਫਿਰ ਉਹਨੂੰ ਅਸਲ ਗੁਰਸਿੱਖ ਮੰਨਿਆ ਜਾਂਦਾ ਹੈ, ਪੂਰਨ ਗੁਰਸਿੱਖ। ਜਿਵੇਂ ਸਤਿਗੁਰੂ ਜੀ ਕਹਿੰਦੇ ਸੁਹਾਗਣੀ ਪਤੀ ਵਰਤਾ ਦੀ ਨਿਸ਼ਾਨੀ ਹੈ, ਉਹ ਆਪਣੇ ਪਤੀ ਤੋਂ ਬਿਨਾਂ ਕਿਸੇ ਹੋਰ ਦੀ ਝਾਕ ਸੁਪਨੇ ਵਿੱਚ ਵੀ ਨਹੀਂ ਰੱਖਦੀ। ਤੇ ਜਿਹੜੀ ਹੋਰ ਦੀ ਝਾਕ ਰੱਖਦੀ ਹੈ ਉਹਨੂੰ ਪਤੀ ਵਰਤਾ ਦਾ ਦਰਜਾ ਨਹੀਂ ਮਿਲ ਸਕਦਾ। ਤੇ ਜਦੋਂ ਸਾਰੇ ਆਸਰੇ ਛੱਡ ਦਈਏ ਤੇ ਕਿਰਪਾ ਵੀ ਉਹ ਤਾਂ ਕਰਦਾ ਹੈ। ਤਾਂ ਹੀ ਮਹਾਰਾਜ ਕਹਿੰਦੇ ਸਗਲ ਦੁਆਰ ਕੋ ਛਾੜ ਕੇ ਗਇਓ ਤੁਹਾਰੋ ਦੁਆਰ, ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਹੁਣ ਅੱਗੇ ਨਾਲ ਸ਼ਬਦ ਆਏ ਨਾ ਬੰਦੀ ਮੋਚ। ਬੰਦੀ ਮੋਚ ਤੋਂ ਭਾਵ ਕਿ ਜਿਹੜਾ ਸਾਨੂੰ ਬੰਧਨਾਂ ਤੋਂ ਛੁਡਾ ਸਕਦਾ ਹੈ, ਬੰਧਨਾਂ ਤੋਂ ਆਜ਼ਾਦ ਕਰਾ ਸਕਦਾ ਹੈ। ਗੁਰੂ ਕੀ ਸਾਧ ਸੰਗਤ ਸਾਡੇ ਸਤਿਗੁਰਾਂ ਨੇ ਕਿਰਪਾ ਕਰਕੇ ਉਹ ਵਿਖਾ ਦਿੱਤੀ। ਧੰਨ ਗੁਰੂ ਨਾਨਕ ਦੇਵ ਜੀ ਨੇ ਬਾਬਰ ਦੀ ਜੇਲ੍ਹ ਦੇ ਵਿੱਚੋਂ ਕੈਦੀਆਂ ਨੂੰ ਛੁਡਾਇਆ। ਆਪ ਜਾਣਦੇ ਹੋ ਕਿ ਉੱਥੇ ਬਾਬਰ ਦੀ ਜੇਲ੍ਹ ਦੇ ਵਿੱਚ ਮਹਾਰਾਜ ਨੇ ਉਹਨੂੰ ਗਿਆਨ ਦੇਣ ਦੇ ਵਾਸਤੇ ਐਸੀ ਕੁਦਰਤ ਵਰਤਾਈ ਕਿ ਚੱਕੀਆਂ ਆਪੇ ਚੱਲਦੀਆਂ ਹਨ ਤੇ ਕੈਦੀ ਸਾਰੇ ਵਾਹਿਗੁਰੂ ਵਾਹਿਗੁਰੂ ਸਤ ਕਰਤਾਰ ਦਾ ਜਾਪ ਕਰ ਰਹੇ ਹਨ। ਇਹ ਵੇਖ ਕੇ ਬਾਬਰ ਨੂੰ ਇਹ ਹੈਰਾਨੀ ਹੋ ਗਈ, ਇਹ ਕੀ ਬਣ ਰਿਹਾ ਹੈ। ਤੇ ਜਦੋਂ ਆਇਆ ਤੇ ਸਤਿਗੁਰਾਂ ਨੇ ਵੇਖੋ ਉਹਦਾ ਇਹ ਨਹੀਂ ਕਿਹਾ ਕਿ ਬਾਦਸ਼ਾਹ ਸਾਨੂੰ ਕੀ ਕਰੇਗਾ। ਸਤਿਗੁਰੂ ਜੀ ਕਹਿੰਦੇ ਤੂੰ ਬਾਬਰ ਨਹੀਂ ਤੂੰ ਜਾਬਰ ਹੈ, ਇਹ ਗਰੀਬਾਂ ਤੇ ਦੁਖੀਆਂ ਤੇ ਜ਼ੁਲਮ ਕਰ ਰਿਹਾ ਹੈ। ਤੇਰੀ ਸਰਕਾਰ ਬਹੁਤਾ ਸਮਾਂ ਨਹੀਂ ਚੱਲਣੀ, ਜੋ ਜ਼ੁਲਮ ਕਮਾਉਂਦੀ ਹੈ ਸੁਣਿਆ ਨਹੀਂ ਹਕੂਮਤ ਰਹਿੰਦੀ। ਇਸ ਕਰਕੇ ਤੇਰਾ ਇਹ ਰਾਜ ਜਿਹੜਾ ਹੈ ਇਹ ਸਦਾ ਨਹੀਂ ਚੱਲੇਗਾ। ਫਿਰ ਉਹਨੇ ਆਪਣੇ ਕੀਤੇ ਗੁਨਾਹ ਦਾ ਸਤਿਗੁਰਾਂ ਦੇ ਅੱਗੇ ਤਰਲਾ ਪਾਇਆ ਤੇ ਸਤਿਗੁਰਾਂ ਨੂੰ ਗਿਆਨ ਬਖਸ਼ਿਆ। ਸਾਡੇ ਨਾਲ ਫਿਰ ਵੀ ਚੰਗਾ ਹੋਇਆ ਕਿ ਗੁਰੂ ਦੇ ਬਚਨਾਂ ਨੂੰ ਮੰਨ ਗਿਆ। ਤੇ ਗੁਰੂ ਕੀ ਸਾਧ ਸੰਗਤ ਸਤਿਗੁਰਾਂ ਕਹਿਣਾ ਕੈਦੀਆਂ ਸਾਰਿਆਂ ਨੂੰ ਛੱਡਣਾ ਕਰ। ਉਹਨਾਂ ਨੇ ਬਾਬਰ ਦੀ ਜੇਲ੍ਹ 'ਚੋਂ ਕੈਦੀ ਛਡਾਏ। ਛੇਵੇਂ ਪਾਤਸ਼ਾਹ ਜੀ ਨੇ ਜੋ ਹੁਣੇ ਆਪ ਜੀ ਨੇ ਉਹ ਥੋੜ੍ਹਾ ਸਮਾਂ ਲੰਘਿਆ ਸਮਾਗਮ ਗਵਾਲੀਅਰ ਦੀ ਧਰਤੀ ਵਿੱਚ ਹੋਇਆ ਹੈ, ਉੱਥੇ ਰਾਜਿਆਂ ਨੂੰ ਛਡਾਇਆ ਜਿਹੜੇ ਸਾਰੀ ਉਮਰ ਭਰ ਦੇ ਬੜੇ ਬੜੇ ਚੱਕਰਵਰਤੀ ਰਾਜੇ ਕੈਦ ਕੀਤੇ ਹੋਏ ਸਨ। ਦਸਵੇਂ ਪਾਤਸ਼ਾਹ ਜੀ ਨੇ ਪੂਨੇ ਸਤਾਰੇ ਵਿੱਚੋਂ ਜਾ ਕੇ ਉਹ ਦੋ ਰਾਜਿਆਂ ਨੂੰ ਰਜਵਾੜਿਆਂ ਨੂੰ ਛਡਾਇਆ, ਰੁਸਤਮ ਰਾਓ ਤੇ ਬਾਲਾ ਰਾਓ। ਤੇ ਸਤਿਗੁਰਾਂ ਨੇ ਉਹਨਾਂ 'ਤੇ ਕਿਰਪਾ ਕੀਤੀ। ਸਤਿਗੁਰੂ ਜੀ ਤਾਂ ਹੁਣ ਇੱਥੇ ਵੀ ਜ਼ਿਕਰ ਕਰਦੇ ਪਰਮੇਸ਼ਰ ਤੋਂ ਬੰਦੀ ਮੋਚ ਹੈ, ਬੰਧਨਾਂ ਤੋਂ ਛਡਾ ਸਕਦਾ ਹੈ, ਪਰ ਚੰਗੇ ਕੰਮ ਵਾਸਤੇ ਉਹਦੇ ਅੱਗੇ ਬੇਨਤੀ ਕਰੀਏ ਤਾਂ ਉਹ ਕਿਰਪਾ ਕਰਦਾ ਹੈ। ਨਹੀਂ ਤੇ ਕੋਈ ਬੰਦਾ ਕੋਈ ਮਨੁੱਖ ਕਿਸੇ ਦੇ ਰੋਜ਼ ਪੱਠੇ ਚੋਰੀ ਵੱਢਦਾ ਸੀ ਤੇ ਸਦਾ ਚੋਰੀ ਚੱਲਦੀ ਨਹੀਂ, ਇੱਕ ਦਿਨ ਉਹ ਜ਼ਾਹਰ ਹੋ ਜਾਂਦਾ ਹੈ। ਤੇ ਉਹ ਜਦੋਂ ਫੜਿਆ ਗਿਆ ਉਹਨਾਂ ਬੰਨ੍ਹ ਲਿਆ ਤੇ ਬੱਧਾ ਮੁੜ ਕੇ ਕਹਿੰਦਾ ਬਾਣੀਆਂ ਦੇ ਬੰਧਨ ਛਡਾ ਦਿੰਦੀ ਹੈ। ਤੇ ਉੱਤੇ ਕਹਿ ਰਿਹਾ ਸਤਿਗੁਰ ਸਿੱਖ ਕੇ ਬੰਧਨ ਕਾਟੇ ਕਿ ਸ਼ਾਇਦ ਮੇਰੇ ਬੰਧਨ ਟੁੱਟ ਜਾਣ, ਮੇਰਾ ਜਿੰਨਾ ਮੈਨੂੰ ਬੱਧਾ ਹੈ ਬੰਧਨ ਖੁੱਲ੍ਹ ਜਾਵੇ। ਕੋਈ ਸਿਆਣਾ ਪੁਰਖ ਲਾਗੋਂ ਦੇ ਕਿਹਾ ਲੰਘਿਆ, ਉਹਨੇ ਕਿਹਾ ਭਾਈ ਦੂਜੀ ਵੀ ਤੁਕ ਨਹੀਂ ਪੜਦਾ। ਸਤਿਗੁਰੂ ਇਹ ਵੀ ਕਹਿੰਦੇ ਸਤਿਗੁਰ ਸਿੱਧਕੇ ਬੰਧਨ ਕਾਟੇ, ਪਰ ਕਦੋਂ ਗੁਰ ਕਾ ਸਿੱਖ ਵਿਕਾਰ ਤੇ ਆਟੇ। ਤੁਸੀਂ ਮਾੜਾ ਕਰਮ ਛੱਡੋ, ਚੰਗੇ ਵੇਲੇ ਤੁਰੋ ਤੇ ਗੁਰੂ ਤੁਹਾਡੀ ਹਰ ਥਾਂ 'ਤੇ ਸਹਾਇਤਾ ਕਰੇਗਾ। ਗੁਰੂ ਪਿਆਰੀ ਸਾਧ ਸੰਗਤ, ਸੋ ਅੱਜ ਦੀ ਵਿਚਾਰ ਦੀ ਇੱਥੇ ਵਿਸਰਾਮਤਾ ਤੇ ਸਤਿਗੁਰੂ ਜੀ ਸ਼ਬਦ ਨੂੰ ਸੰਪੂਰਨ ਕਰਦੇ ਹਨ। ਅੰਤਲੀ ਤੁਕ ਦੇ ਵਿੱਚ ਇਹ ਜਿਹੜਾ ਮਹੀਨਾ ਜਿਹਨੂੰ ਲੋਕੀ ਮਾੜਾ ਕਹਿੰਦੇ ਸੀ, ਸਤਿਗੁਰੂ ਜੀ ਕਹਿੰਦੇ ਸਫਲ ਕਿਵੇਂ ਹੋਵੇਗਾ, ਸੁਣਨਾ ਕਰੀਏ। ਸਾਧ ਸੰਗ ਬਿਨਸੇ ਸਭੈ ਸੋਚਾ, ਨਾਨਕ ਕਉ ਪ੍ਰਭ ਰਾਖ ਦੇਵਾ, ਮੇਰੇ ਸਾਹਿਬ ਬੰਦੀ ਹੋਤਾ। ਕਤ ਕਉ ਐਸਾ
ਪਿਆਰੀ ਸਾਧ ਸੰਗਤ ਸਤਿਗੁਰੂ ਜੀ ਕਿਰਪਾ ਕਰਦੇ ਹਨ ਕਿ ਭਾਈ ਜਿਨ੍ਹਾਂ ਨੇ ਆਪਣੇ ਮਨ ਨੂੰ ਸਾਧਿਆ ਹੈ, ਆਪਣੇ ਸਰੀਰ ਨੂੰ ਸਾਧਿਆ ਹੈ, ਐਸੇ ਪਰਮੇਸ਼ਰ ਦੇ ਪਿਆਰੇ ਰੂਪ ਸਤਿਗੁਰੂ ਜੀ ਜਦੋਂ ਮਿਲ ਪੈਣ, ਉਹਨਾਂ ਦੀ ਸੰਗਤ ਹੋ ਜਾਵੇ, ਉਹਦੇ ਬਖਸ਼ਿਆਂ ਦੀ ਸੰਗਤ ਹੋ ਜਾਵੇ, ਤੇ ਸਤਿਗੁਰੂ ਜੀ ਕਹਿੰਦੇ ਹਨ ਇਸ ਕਰਕੇ ਸਾਰੀਆਂ ਸੋਚਾਂ ਦੂਰ ਹੋ ਜਾਂਦੀਆਂ ਹਨ। ਜਿੰਨੇ ਵੀ ਫਿਕਰ ਹਨ, ਦੁੱਖ ਹਨ, ਝੋਰੇ ਹਨ, ਸਤਿਗੁਰੂ ਜੀ ਦੂਰ ਕਰਕੇ ਆਨੰਦ ਬਖਸ਼ ਦਿੰਦੇ ਹਨ। ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭੈ ਸਰਸੇ, ਪੂਰੇ ਗੁਰ ਤੇ ਜਾਣੀ। ਇਸ ਕਰਕੇ ਉਹਦੇ ਅੱਗੇ ਬੇਨਤੀ ਕਰੀਏ, ਸਤਿਗੁਰੂ ਕਿਰਪਾ ਕਰ ਸੋਈ ਕਰਾਵੇ, ਜੋ ਤੁਧ ਭਾਵੈ ਮੋਹਿ ਸਿਆਣਪ ਕਛੂ ਨ ਆਵੇ। ਤੇ ਸਤਿਗੁਰਾਂ ਨੇ ਸਾਨੂੰ ਬੇਨਤੀ ਕਰਨ ਵਾਸਤੇ ਦੱਸਿਆ, ਭਾਈ ਉਹਦੇ ਅੱਗੇ ਤਰਲਾ ਪਾਈਏ, ਜੈਸਾ ਬਾਲਕ ਪਾਏ ਸਿਪਾਹੀ, ਲੱਖ ਅਪਰਾਧ ਕਮਾਵੇ, ਕਰ ਉਪਦੇਸ਼ ਝਿੜਕੇ ਬਹੁ ਭਾਂਤੀ, ਬੌੜ ਪਿਤਾ ਗਲ ਲਾਵੇ, ਪਿਛਲੇ ਔਗਣ ਬਖਸ਼ ਲੈ ਪ੍ਰਭ, ਆਗੇ ਮਾਰਗ ਪਾਵੇ। ਇਹਦੇ ਨਾਲ ਹੀ ਗੁਰੂ ਕੀ ਸਾਧ ਸੰਗਤ ਜੀ ਤੋਂ ਨਿਮਾਣਾ ਨਤਾਣਾ ਅਣਜਾਣ ਪਾਪੀ ਜੀਵ ਖਿਮਾ ਦਾ ਜਾਚਕ ਹੋ ਰਿਹਾ ਹੈ। ਸੋ ਗੁਰੂ ਕੀ ਸਾਧ ਸੰਗਤ ਸਤਿਗੁਰੂ ਕਿਰਪਾ ਕਰਨ, ਪੜ੍ਹਦੇ ਸੁਣਦਿਆਂ ਨੂੰ ਲਾਹੇਵੰਦ ਕਰਨ, ਧਰਮ ਦਾ ਪੰਥ ਦਾ ਵਾਧਾ ਹੋਏ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੇ। ਗੁਰੂ ਕੀ ਸਾਧ ਸੰਗਤ ਮਹਾਂਪੁਰਖ ਸਤਿਗੁਰੂ ਬਖਸ਼ਣ ਯੋਗ ਹੋ, ਔਗਣਾਂ ਨੂੰ ਨਾ ਚਿਤਾਰਨਾ। ਤੇ ਹੁਣ ਗੁਰੂ ਕੀ ਸਾਧ ਸੰਗਤ ਜਿਹੜਾ ਕੜਾਹ ਪ੍ਰਸ਼ਾਦ ਦਾ ਵਰਤਾਰਾ ਵਰਤਣ ਲੱਗਾ ਹੈ, ਉਪਰੰਤ ਸੇਵਕਾਂ ਨੇ ਜੋ ਗੁਰੂ ਕੇ ਲੰਗਰ ਵਿੱਚ ਜਲ ਪਾਣੀ ਦਾ ਪ੍ਰਬੰਧ ਕੀਤਾ ਹੈ, ਦੇਗ ਪ੍ਰਾਪਤ ਕਰਕੇ ਇੱਥੇ ਪ੍ਰੇਮ ਨਾਲ ਹਾਜ਼ਰੀ ਲਾਉਣੀ। ਜਿਨ੍ਹਾਂ ਗੁਰਮੁਖਾਂ ਪਿਆਰਿਆਂ ਗੁਰੂ ਕੀ ਬਾਣੀ ਦਾ ਸਤਿਕਾਰ ਕੀਤਾ, ਮਹਾਰਾਜ ਸਤਿਗੁਰ ਦੀ ਕਿਰਪਾ ਕਰਨ, ਸਭ ਦੀ ਹਾਜ਼ਰੀ ਮਨਜ਼ੂਰ ਕਰਨ, ਗੁਰਸਿੱਖੀ ਜੀਵਨ ਬਖਸ਼ਣ, ਸੁਖ ਮਨੋਕਾਮਨਾ ਪੂਰਨ ਕਰਨ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੇ ਸਰਬੱਤ ਦਾ ਭਲਾ, ਜੋ ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।